ਜਿਹੜਾ ਇਹ ਹੁੰਦਾ ਨਾ ਇਲਜ਼ਾਮ ਲਾਣਾ ਹੋਰ ਗੱਲ ਹੈ, ਜਿਹੜਾ ਇੱਕ ਭਾਈਬੰਦੀ ਕੁਐਸਚਨ ਪੁੱਛਣਾ ਹੋਰ ਗੱਲ ਹੈ। ਜਾਂ ਆਪਾਂ ਕਿਸੇ ਨੇ ਕਿਹਾ ਤੇਰੇ ਤੇ ਆ ਇਲਜ਼ਾਮ ਹੈ, ਉਹ ਤਾਂ ਦੋਸ਼ੀ ਠਹਿਰਾਤਾ। ਕੋ ਵੀ 1500 ਰੁਪਏ ਅਸੀਂ ਕੋਈ ਜੇਬ ਵਿੱਚ ਪਾ ਲੈਂਦੇ, ਇੱਦਾਂ ਦਾ ਕੋਈ ਪ੍ਰਸ਼ਨ ਨਹੀਂ ਹੈਗਾ ਉਹਦਾ। ਜੇ ਤੁਸੀਂ ਡਿਟੇਲ ਪੁੱਛੋਗੇ ਜਾਂ ਕਿਸੇ ਵਕਤ ਫਿਰ ਬੈਠ ਕੇ ਪੁੱਛੋਗੇ, ਤੁਹਾਨੂੰ ਸਾਰੇ ਮਾਲਾਂ ਦੇ ਗ੍ਰੇਡ ਦੱਸ ਦਾਂਗੇ ਵੀ ਇਹ ਮਾਲਾਂ ਦਾ ਰੇਟ ਅਲੱਗ ਹੈ। ਹੁਣ ਫਰਨਸ ਵਾਲਿਆਂ ਦਾ ਜਿਹੜਾ ਰੇਟ ਹੈ ਇੰਗਟ ਦਾ ਉਹ ਹੋਰ ਹੈ, ਤੁਹਾਡਾ ਰੇਟ ਜਿਹੜਾ ਇੰਗਟ ਦਾ ਉਹ ਹੋਰ ਹੈ, ਜਦ ਕਿ ਫਰਨਸ ਦੀ ਸਕ੍ਰੈਪ ਜਿੱਥੋਂ ਉਹ ਖਰੀਦਦੇ ਉੱਥੋਂ ਹੀ ਤੁਸੀਂ ਖਰੀਦਦੇ ਹੋ। ਹੈ ਸਾਡੇ ਉਹ ਭਰਾ ਨੇ, ਉਹਨਾਂ ਦੀ ਟਰਮਸ ਕੰਡੀਸ਼ਨ ਸਕ੍ਰੈਪ ਵਾਲੇ ਨਾਲ ਅਲੱਗ ਨੇ, ਲੇਕਿਨ ਸਾਡੀਆਂ ਫਰਨਸ ਵਾਲਿਆਂ ਨਾਲ ਕੰਡੀਸ਼ਨ ਹੈਗੀ ਵੀ ਅਸੀਂ ਸੇਮ ਡੇ ਪੇਮੈਂਟ ਲੈਣੀ ਹੈ। ਉਹ ਸਾਡੇ ਮਾਲ ਦੇ ਉੱਪਰ ਜਿਹੜਾ ਇੰਨੇ ਦਿਨ ਰੱਖਣ ਦਾ ਵਿਆਜ ਪੈਂਦਾ, ਅਸੀਂ ਉਹਦਾ ਉਹੀ ਮਾਰਕੀਟ ਚਾਰਜ ਕਰਦੇ ਹਾਂ। ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਪ੍ਰੋਸੈਸ ਲੈਂਥੀ ਹੈ। ਹਾਂਜੀ, ਜਿਵੇਂ ਹੁਣ ਮੰਨ ਲਓ ਇੱਕ ਸਕ੍ਰੈਪ ਆਈ, ਉਹ ਤਾਂ ਅੱਜ ਹੀ ਬਣ ਗਈ ਤੇ ਅੱਜ ਹੀ ਕੁਲਫੀ ਜਾਂ ਕੱਲ੍ਹ ਵੇਚਤੀ। ਸਾਡੇ ਮਾਲ ਦਾ ਪ੍ਰੋਸੈਸ ਹੁੰਦਾ, ਅਸੀਂ ਮਾਲ ਬਣਾ ਕੇ ਉਹਨਾਂ ਨੂੰ ਅਲੱਗ-ਅਲੱਗ ਰੱਖਣਾ ਹੁੰਦਾ। ਆਪਣੀ ਲਾਇਬਿਲਟੀਜ਼, ਆਪਣੇ ਐਕਸਪੈਂਸਿਸ ਹੈ, ਤੁਸੀਂ ਹਰ ਬੰਦਾ ਆਪਣੇ ਐਕਸਪੈਂਸਿਸ ਦੇ ਨਾਲ ਪ੍ਰੋਫਿਟ ਜੋੜ ਕੇ ਉੱਦਾਂ ਵੇਚਦਾ। ਲਾਵਾਂਗੇ ਆਇਆ ਕੀ ਪਾ, ਉਹਦੇ ਤੇ ਖਰਚੇ ਕੀ ਪਏ, ਲੇਬਰ ਕਿੰਨੀ ਪਈ, ਬਿਜਲੀ ਕਿੰਨੀ ਪਈ, ਸਾਡਾ ਫਿਊਲ ਕਿੰਨਾ ਲੱਗਿਆ, ਸਾਨੂੰ ਟਰਾਂਸਪੋਰਟ ਖਰਚਾ ਕਿੰਨਾ ਹੈ, ਸਾਡੇ ਹੋਰ ਜਿਹੜੇ ਵਿਚਲੇ ਠੇਕੇਦਾਰਾਂ ਦੇ ਖਰਚੇ ਪਾ ਕੇ ਅਸੀਂ ਮਾਲ ਦਾ ਆਪਣਾ ਰੇਟ ਕੱਢਿਆ ਤੇ ਵੇਚਤਾ। ਹੋਲਸੇਲ ਦੇ ਵਿੱਚ ਇੱਕ ਤਰ੍ਹਾਂ ਦਾ ਵੋਲਿਊਮ 'ਚ ਖਰੀਦੇ ਜਾਂਦੇ ਹੋ। ਅਸੀਂ ਜਿੱਥੇ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਵੋਲਿਊਮ, ਹੋਲਸੇਲ ਵਰਸਸ ਰਿਟੇਲ ਤਾਂ ਹਮੇਸ਼ਾ ਹੀ ਫਰਕ ਰਹੇਗਾ। ਚਾਹੇ ਉਹ ਫਰਨਸ ਨੇ, ਚਾਹੇ ਸਕ੍ਰੈਪ ਟ੍ਰੇਡਰ ਨੇ, ਚਾਹੇ ਰੋਲਿੰਗ ਮਿਲ ਹੈ, ਇਹ ਚਾਰ ਪਿੱਲਰ ਨੇ ਇੰਡਸਟਰੀ ਦੇ। ਇਹਨਾਂ ਵਿੱਚੋਂ ਜੇ ਸਕ੍ਰੈਪ ਵਾਲਿਆਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਤਾਂ ਵੀ ਇਹ ਇੰਡਸਟਰੀ ਫੇਲ ਹੁੰਦੀ ਹੈ। ਉਹ ਕਹਿੰਦੇ ਸਾਡੇ ਤਾਂ ਮਾਸੀ ਦੇ ਪੁੱਤ ਵੀ ਉਹਨਾਂ ਨੂੰ ਦੇਖ ਕੇ ਆਪਣੇ ਰੇਟ ਵਧਾਈ ਜਾਂਦੇ ਆ। ਇਹਨਾਂ ਦਾ ਰॉ ਮਟੀਰੀਅਲ ਸਸਤਾ ਹੈ, ਇਹ ਚਾਹਣ ਤੇ ਕੁਝ ਸਸਤਾ ਦੇ ਸਕਦੇ ਆ, ਪਰ ਇਹ ਦੇਖਦੇ ਆ ਕਿ ਵੱਡੀਆਂ ਰੋਲਿੰਗ ਮਿਲਾਂ ਨੇ ਰੇਟ ਵਧਾ ਲਿਆ, ਅਸੀਂ ਵੀ ਉਸ ਹਿਸਾਬ ਨਾਲ ਵਧਾ ਲਈਏ। ਕਦੀ ਵੀ ਦੂਸਰੇ ਦਾ ਮਾਰਜਨ ਨਹੀਂ ਦੇਖੀਦਾ ਹੁੰਦਾ ਬਿਜ਼ਨਸ ਵਿੱਚ। ਜੇ ਦੂਸਰੇ ਦਾ ਮਾਰਜਨ ਦੇਖਾਂਗੇ, ਆਪਾਂ ਆਪਣਾ ਕੰਮ ਡਾਊਨ ਕਰਕੇ ਬੈਠ ਜਾਵਾਂਗੇ। ਹੁਣ ਇੰਡਸਟਰੀ ਨੂੰ ਆਪਾਂ ਕਿੱਦਾਂ ਭਰਾਵਾਂ ਨੂੰ ਸਮਝਾਵਾਂਗੇ ਜਿਹੜੇ ਸਾਡੇ ਮਾਸੀ ਦੇ ਪੁੱਤ ਤੁਸੀਂ ਕਹਿ ਰਹੇ ਹੋ ਸਾਰੇ? ਮੈਂ ਤਾਂ ਤੁਹਾਨੂੰ ਪਹਿਲਾਂ ਕਿ ਸਾਡੇ ਪਿੱਲਰ ਨੇ। ਰੋਲਿੰਗ ਮਿਲਾਂ ਵਾਲਿਆਂ ਦੇ ਖਰਚੇ ਫਰਨਸ ਨਾਲੋਂ ਜ਼ਿਆਦਾ ਕੰਟਰੋਲ ਰਹਿੰਦੇ। ਹਾਂਜੀ, ਖਰਚੇ ਕੰਟਰੋਲ ਨੇ, ਸਿੰਪਲ ਪ੍ਰੋਫਿਟ ਤਾਂ ਹੀ ਜ਼ਿਆਦਾ ਲੈਂਦੇ ਆ। ਨਹੀਂ, ਪ੍ਰੋਫਿਟ ਦਾ ਮੌਕਾ ਮਿਲ ਜਾਂਦਾ ਨਾ ਥੋੜਾ ਸੋਚਣ ਦਾ। ਕਹਿੰਦੇ ਰਿਲੈਕਸ ਬੈਠੇ ਆ, ਥੋੜਾ ਸੋਚ ਸਮਝ ਕੇ ਚੱਲ ਜੀ ਆਹ ਕੱਢ। ਜਿਹੜੇ ਰੇਟ ਕੱਢੇ ਜਾਂਦੇ ਰੋਲਿੰਗ ਮਿਲਾਂ ਵੱਲੋਂ, ਉਹ ਸੀਡੀ ਕੀਤੀ ਜਾਂਦੀ ਹੈ ਲੈਣ ਨੂੰ 1500, ਤੇ ਜਦੋਂ ਬੰਦਾ ਕੈਸ਼ ਦੇਣ ਲੱਗਦਾ ਤੇ ਧਾਰਾ ਉਦੋਂ 500 ਕੱਟਦੇ ਆ। ਇਹ ਕਿਹੜਾ ਹਿਸਾਬ ਹੋਇਆ? जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं। तो अज का साडा जिहड़ा टॉपिक है, मुद्दा है, वो है स्टील दे रेट। जी हाँ, स्टील दे रेटां नूं लैके पिछले दिने जिहड़े फास्टनर एसोसीएशन के प्रधान नरिंदर भंवरा जी ने एक खुलासा किया सी। उस तो बाद वाद विवाद छिड़िया है। वाद विवाद ये है कि जिहड़ा स्टील दी जिहड़े रोलिंग मिलां हैगियां लुधियाना शहर दे विच मंडी दे विच, ਉਹ ਲੋਕ ਜਿਹੜਾ ਹੈਗਾ ਸਟੀਲ ਦੇ ਰੇਟਾਂ ਦੇ ਵਿੱਚ ਜਿੱਥੇ ਕਿ ਵੱਡੀਆਂ ਕੰਪਨੀਆਂ ਆਪਣੀ ਮਨਮਾਨੀ ਕਰ ਰਹੀਆਂ, ਉੱਥੇ ਇਹ ਲੋਕ ਵੀ ਆਪਣੀ ਮਨਮਾਨੀ ਕਰ ਰਹੇ ਇਹੋ ਜਿਹੇ ਆਰੋਪ ਲਗਾਏ ਸੀ ਉਹਨਾਂ ਨੇ। ਸੋ ਉਹਦੇ ਵਿੱਚ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਹੈ, ਲੋਕ ਇਹ ਕਹਿ ਰਹੇ ਆ ਜਿਹੜੇ ਮੈਨੂਫੈਕਚਰਰਸ ਹੈਗੇ ਆ ਕਿ ਸਾਨੂੰ ਸਟੀਲ ਮਹਿੰਗਾ ਮਿਲਣ ਕਰਕੇ ਅਸੀਂ ਅਨਕੰਪੀਟੀਟਿਵ ਹੋ ਰਹੇ ਹਾਂ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਪਹੁੰਚੇ ਸੀ। ਤੁਹਾਨੂੰ ਰੂਬਰੂ ਕਰਾਉਂਦੇ ਆ ਜਿਹੜੇ ਲੁਧਿਆਣਾ स्टील री रोलिंग मिलों के जोड़े एसोसीएशन के प्रधान है इंद्रजीत सिंह जी तो पुछते हैं इन्हों गलबात करते हैं कि की यह जी गल है। सत श्री अकाल सर। सत श्री अकाल जी, आया नूं तुसीं साडे दफ्तर आए। सर एक इल्ज़ाम लग रहा मैਨੂਫੈਕਚਰਿੰਗ सैक्टर वालों जोड़े इंजीनियरिंग सैक्टर वालों कि स्टील कंपनियां जिथे टाटा जोड़े है राष्ट्रीय इस्पात वो सारे वाधू रेट चार्ज कर रहे हैं, बेतुके रेट वधा रहे हैं, जो अज इंडस्ट्री नूं लोड़ है रॉ मटीरियल की और तुसी लोग भी रॉ मटीरियल ही प्रोड्यूस करते हो। सो कहा जा रहा है कि स्टील इंडस्ट्री है वो 1500 रुपये टन जोड़ा महंगा री रोलिंग मिलां ज़्यादा लै रही हैं। असी इक्को शहर च रहने इक्को मतलब ट्रेड से जुड़े हुए हैं, फिर भी तुसी ज़्यादा चार्ज कर रहे हो, यह आरोप लग रहे हैं। बहुत वधिया तुसी प्रश्न किया है, लेकिन ਜਿਹੜਾ ਹੁੰਦਾ ਨਾ ਇਲਜ਼ਾਮ ਲਾਣਾ ਹੋਰ ਗੱਲ ਹੈ, ਜਿਹੜਾ ਇੱਕ ਭਾਈਬੰਦੀ ਕੁਐਸਚਨ ਪੁੱਛਣਾ ਹੋਰ ਗੱਲ ਹੈ। ਜਾਂ ਆਪਾਂ ਕਿਸੇ ਨੇ ਕਿਹਾ ਤੇਰੇ ਤੇ ਆ ਇਲਜ਼ਾਮ ਹੈ, ਉਹ ਤਾਂ ਦੋਸ਼ੀ ਠਹਿਰਾਤਾ। ਤੇ ਅਸੀਂ ਦੋਸ਼ੀ ਨਹੀਂ ਹੈਗੇ। ਅਸੀਂ ਤੁਹਾਡੇ ਜੇ ਤੁਸੀਂ ਅੱਜ ਪ੍ਰਸ਼ਨ ਕੀਤਾ, ਮੈਂ ਉਹਦਾ ਤੁਹਾਨੂੰ ਸਾਰੀ ਇੰਡਸਟਰੀ ਦੇ ਬਿਹਾਫ ਤੇ ਆਪਣੀ ਰੋਲਿੰਗ ਮਿਲ ਐਸੋਸੀਏਸ਼ਨ ਦੇ ਉਹਨਾਂ ਨੇ ਜੇ ਮੈਨੂੰ ਮੁੱਖ ਸੇਵਾਦਾਰ ਬਣਾਇਆ, ਉਹਦੇ ਬਿਹਾਫ ਤੇ ਤੁਹਾਨੂੰ ਮੈਂ ਦੱਸਣਾ ਜਿਹੜਾ ਇਹ 1500 ਰੁਪਏ ਫ਼ਰਕ ਤੁਸੀਂ ਕਹਿ ਰਹੇ ਹੋ, 1500 ਰੁਪਏ ਫ਼ਰਕ ਕੋਈ ਅਸੀਂ ਨਹੀਂ ਲੈ ਰਹੇ।
ਇਹ ਫਰਨਸ ਵਾਲੇ ਇੰਡਸਟਰੀ ਸਾਡੇ ਜਿਹੜੇ ਭਰਾ ਨੇ ਉਹਨਾਂ ਦੇ ਨਾਲ ਹੀ ਅਟੈਚਮੈਂਟ ਹੋਣ ਕਾਰਨ ਉਹਨਾਂ ਦੇ ਮਾਲ ਦੇ ਗ੍ਰੇਡ ਅਲੱਗ-ਅਲੱਗ ਹੁੰਦੇ ਨੇ। ਕੋਈ MS ਮਾਲ ਹੁੰਦਾ ਹੈ, ਕੋਈ EN8 ਮਾਲ ਹੁੰਦਾ ਹੈ, ਕੋਈ LC ਮਾਲ ਹੁੰਦਾ ਹੈ, ਕੋਈ C20 ਹੁੰਦਾ। ਅਸੀਂ ਉਸ ਮਾਲ ਦੇ ਹਿਸਾਬ ਨਾਲ ਆਪਣਾ ਰੇਟ ਲੈਂਦੇ ਹਾਂ। ਮਤਲਬ ਜੇ ਉਹ ਤੁਸੀਂ ਕਹੋ ਵੀ 1500 ਰੁਪਏ ਅਸੀਂ ਕੋਈ ਜੇਬ ਵਿੱਚ ਪਾ ਲੈਂਦੇ, ਇੱਦਾਂ ਦਾ ਕੋਈ ਪ੍ਰਸ਼ਨ ਨਹੀਂ ਹੈਗਾ ਉਹਦਾ। ਜੇ ਤੁਸੀਂ ਡਿਟੇਲ ਪੁੱਛੋਗੇ ਜਾਂ ਕਿਸੇ ਵਕਤ ਫਿਰ ਬੈਠ ਕੇ ਪੁੱਛੋਗੇ, ਤੁਹਾਨੂੰ ਸਾਰੇ ਮਾਲਾਂ ਦੇ ਗ੍ਰੇਡ ਦੱਸ ਦਾਂਗੇ ਵੀ ਇਹ ਮਾਲਾਂ ਦਾ ਰੇਟ ਅਲੱਗ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪੈਰਾਮੀਟਰਸ ਹੈਗੇ, ਕੁਆਲਿਟੀ ਪੈਰਾਮੀਟਰਸ ਹੈ। ਜਿਹੜਾ ਮਾਲ ਜ਼ਿਆਦਾ ਰਿਫਾਈਨ ਹੈ ਉਹਦੇ ਲਈ ਉਹਦਾ ਰੇਟ ਥੋੜਾ ਜ਼ਿਆਦਾ। ਹਾਂਜੀ, ਜਿਹੜੇ ਮਾਲਾਂ ਦੇ ਨਾ ਕਈ ਰੇਟ ਹੁੰਦੇ ਨੇ। ਜਿਵੇਂ ਆਪਾਂ ਨਟ ਬੋਲਟ ਲੈਣ ਚਲੇ ਜਾਂਦੇ ਹਾਂ, ਕੋਈ EN8 ਦਾ ਨਟ ਹੈ, ਕੋਈ LC ਮਾਲ ਦਾ ਨਟ ਹੈ, ਕੋਈ MS ਦਾ ਨਟ ਹੈ। ਇੱਦਾਂ ਕਰਕੇ ਆਪਾਂ ਕਾਰਾਂ ਦੇ ਪਾਰਟਸ ਨੇ ਉਹਨਾਂ ਦੇ ਵਿੱਚ ਹੀ ਅਲੱਗ-ਅਲੱਗ ਤਰ੍ਹਾਂ ਦੇ ਕੋਈ ਅਲਾਈ ਸਟੀਲ ਲੱਗਦੇ ਨੇ। ਇੱਦਾਂ ਕਰਕੇ ਜੇ ਤੁਸੀਂ ਸਾਡੇ ਕੋਲ ਜਿਹੜਾ ਇਹ ਪੁੱਛ ਰਹੇ ਹੋ, ਇਹ 1500 ਰੁਪਏ ਫਰਕ ਅਸੀਂ ਨਹੀਂ ਕੋਈ ਜੇਬ ਵਿੱਚ ਪਾਉਂਦੇ। ਇਹ ਮਿਲ ਕੇ ਹੀ ਇਹ ਸਾਰਾ ਜਿਵੇਂ ਦੀ ਕੁਆਲਿਟੀ ਹੁੰਦੀ ਉੱਦਾਂ ਦਾ ਅਸੀਂ ਰੇਟ ਕੱਢਦੇ ਹਾਂ। ਓਕੇ ਜੀ। ਹਾਂਜੀ ਸਰ, ਇੱਕ ਹੋਰ ਜਿਹੜਾ ਬਾਜ਼ਾਰ 'ਚ ਗੱਲਾਂ ਚੱਲ ਰਹੀਆਂ, ਲੋਕੀ ਇਹ ਕਹਿ ਰਹੇ ਕਿ ਅੱਜ ਕੱਲ੍ਹ ਜਦ ਦਾ ਪਿਛਲੇ ਕੁਝ ਦਿਨਾਂ ਤੋਂ ਆ ਵਾਦ ਵਿਵਾਦ ਛਿੜਿਆ ਥੋੜ੍ਹਾ ਜਿਹਾ ਸਟੀਲ ਪ੍ਰਾਈਸਿਸ ਨੂੰ ਲੈ ਕੇ, ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰੋਪ ਲੱਗ ਰਿਹਾ ਕਿ ਜਿਹੜੇ ਹੁਣ ਰੋਲਿੰਗ ਮਿਲਾਂ ਨੇ ਇੱਕ ਹੋਰ ਨਵਾਂ ਕਹਿ ਲਓ ਮਾਰਕੀਟਿੰਗ ਦਾ ਜਾਂ ਕਹਿ ਲਓ ਇੱਕ ਨਵੀਂ ਸ਼ਰਾਰਤ ਕਰ ਲਿੱਤੀ ਹੈ ਕਿ ਹੁਣ ਫਰਨਸ ਵਾਲਿਆਂ ਦਾ ਜਿਹੜਾ ਰੇਟ ਹੈ ਇੰਗਟ ਦਾ ਉਹ ਹੋਰ ਹੈ, ਤੁਹਾਡਾ ਰੇਟ ਜਿਹੜਾ ਇੰਗਟ ਦਾ ਉਹ ਹੋਰ ਹੈ। ਜਦ ਕਿ ਫਰਨਸ ਦੀ ਸਕ੍ਰੈਪ ਜਿੱਥੋਂ ਉਹ ਖਰੀਦਦੇ ਹੋ ਉੱਥੋਂ ਹੀ ਤੁਸੀਂ ਖਰੀਦਦੇ ਹੋ। ਫਰਨਸ ਦਾ ਬੇਸ ਸੇਮ ਹੈ, ਮਤਲਬ ਜਿਹੜਾ ਸਕ੍ਰੈਪ ਦਾ ਰॉ ਮਟੀਰੀਅਲ ਦਾ ਬੇਸ ਸੇਮ ਹੈ। ਕਨਵਰਜਨ ਚਾਰਜਿਸ ਤੁਸੀਂ ਆਪਣੇ ਲੈਂਦੇ ਹੀ ਹੋ। ਫਿਰ ਕਿਉਂ ਤੁਹਾਡਾ ਦੋਨਾਂ ਦਾ ਫਰਨਸ ਜਾਂ ਰੋਲਿੰਗ ਮਿਲਾਂ ਦੇ ਇੰਗਟ ਦਾ ਰੇਟ ਕਿਉਂ ਫਰਕ ਹੈ? ਇੰਗਟ ਦਾ ਰੇਟ ਜਿਹੜਾ ਫਰਕ ਤੁਸੀਂ ਕਹਿ ਰਹੇ ਹੋ ਇੱਦਾਂ ਨਹੀਂ ਹੁੰਦਾ। ਇੱਕ ਤਾਂ ਤੁਹਾਨੂੰ ਮੈਂ ਕੁਆਲਿਟੀ ਦਾ ਦੱਸਤਾ, ਦੂਸਰਾ ਉਹਨਾਂ ਦਾ ਜਿਹੜਾ ਰੇਟ ਫਰਨਸ ਵਾਲਿਆਂ ਦਾ ਹੁੰਦਾ ਕੈਸ਼ ਪੇਮੈਂਟ। ਰੋਜ਼ ਅੱਜ ਦੀ ਗੱਡੀ ਉਤਰੀ ਅੱਜ ਹੀ ਪੇਮੈਂਟ ਲੈ ਲੈਣੀ। ਜਿਹੜਾ ਸਾਡੇ ਮਟੀਰੀਅਲ ਦਾ ਬੇਸ ਹੈ ਉਹ 1 ਮਹੀਨੇ ਦੀ ਪੇਮੈਂਟ ਹੁੰਦੀ ਹੈ। 1 ਮਹੀਨੇ ਦੀ ਸਾਡੇ ਮਾਲ ਪਹਿਲਾਂ ਅਸੀਂ ਅੱਜ ਜਿਵੇਂ ਮਾਲ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਮਾਲ ਨੂੰ 5-7 ਦਿਨ ਉਹਦੀ ਚੈਕਿੰਗ ਕਰਦੇ ਹਾਂ, ਮਾਲ ਨੂੰ ਗ੍ਰਾਈਂਡ ਕਰਦੇ ਹਾਂ, ਉਸ ਤੋਂ ਮਾਲ ਬਣਾਉਂਦੇ ਹਾਂ, ਫਿਰ ਮਾਲ ਨੂੰ ਅੰਦਰ ਰੱਖਦੇ ਹਾਂ। 15-20 ਦਿਨ ਦਾ ਸਾਡਾ ਉਹ ਪ੍ਰੋਸੈਸ ਲੱਗ ਜਾਂਦਾ। ਉਸ ਤੋਂ ਬਾਅਦ ਜਦੋਂ ਅਸੀਂ ਇੰਡਸਟਰੀ ਨੂੰ ਮਾਲ ਭੇਜਦੇ ਹਾਂ, 1 ਮਹੀਨੇ ਦਾ ਪ੍ਰੋਸੈਸ ਸਾਡਾ ਉਹ ਹੁੰਦਾ। ਉਹ ਟੋਟਲ ਸਾਨੂੰ ਲਗਭਗ ਮਹੀਨਾ ਸਵਾ ਡੇਢ ਮਹੀਨਾ ਰੱਖਣਾ ਪੈਂਦਾ। ਹੁਣ ਅੱਜ ਤੁਸੀਂ ਦੇਖ ਲਓ, ਜੇ ਇੰਗਟ ਦਾ ਰੇਟ ਦੇ ਉੱਤੇ GST ਲਾ ਕੇ 60-61 ਰੁਪਏ ਕਿਲੋ ਮਾਲ ਪੈਂਦਾ, ਤਾਂ ਉਹਦੀ ਤੁਸੀਂ ਆਪ ਵਿਆਜ ਹੀ ਲਾ ਲਓ ਤੇ ਤੁਹਾਨੂੰ ਲੱਗੇਗਾ ਵੀ ਜਿਹੜਾ 1000 ਰੁਪਏ ਟਨ ਜਾਂ 800 ਰੁਪਏ ਟਨ 900 ਰੁਪਏ ਟਨ ਉਹ ਸਾਨੂੰ ਖਰਚਾ ਜਿਹੜਾ ਪੈ ਜਾਂਦਾ। ਕਿਉਂ ਫਰਨਸ ਵਾਲੇ ਤਾਂ ਅੱਜ ਦੀ ਗੱਡੀ ਸੁੱਟ ਕੇ ਅੱਜ ਪੇਮੈਂਟ ਲੈ ਲਈ, ਉਹ ਸਕ੍ਰੈਪ ਵਾਲਿਆਂ ਨੂੰ ਜਦੋਂ ਮਰਜ਼ੀ ਪੇਮੈਂਟ ਦੇਣ ਜਾਂ ਨਾ ਦੇਣ। ਹੈ ਸਾਡੇ ਉਹ ਭਰਾ ਨੇ, ਉਹਨਾਂ ਦੀ ਟਰਮਸ ਕੰਡੀਸ਼ਨ ਸਕ੍ਰੈਪ ਵਾਲੇ ਨਾਲ ਅਲੱਗ ਨੇ, ਲੇਕਿਨ ਸਾਡੀਆਂ ਫਰਨਸ ਵਾਲਿਆਂ ਨਾਲ ਕੰਡੀਸ਼ਨ ਹੈਗੀ ਵੀ ਅਸੀਂ ਸੇਮ ਡੇ ਪੇਮੈਂਟ ਲੈਣੀ ਹੈ। ਅਸੀਂ ਜਿਹੜਾ ਉਤਲਾ 1000 ਰੁਪਇਆ ਜਾਂ 800 ਜਾਂ 700 600 ਲੈਂਦੇ ਹਾਂ, ਉਹ ਸਾਡੇ ਮਾਲ ਦੇ ਉੱਪਰ ਜਿਹੜਾ ਇੰਨੇ ਦਿਨ ਰੱਖਣ ਦਾ ਵਿਆਜ ਪੈਂਦਾ, ਅਸੀਂ ਉਹਦਾ ਉਹੀ ਮਾਰਕੀਟ ਚਾਰਜ ਕਰਦੇ ਹਾਂ। ਸੋ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਪ੍ਰੋਸੈਸ ਲੈਂਥੀ ਹੈਗਾ। ਹਾਂਜੀ, ਜਿਵੇਂ ਹੁਣ ਮੰਨ ਲਓ ਇੱਕ ਸਕ੍ਰੈਪ ਆਈ, ਉਹ ਤਾਂ ਅੱਜ ਹੀ ਬਣ ਗਈ ਤੇ ਅੱਜ ਹੀ ਕੁਲਫੀ ਜਾਂ ਕੱਲ੍ਹ ਵੇਚਤੀ। ਸਾਡੇ ਮਾਲ ਦਾ ਪ੍ਰੋਸੈਸ ਹੁੰਦਾ, ਅਸੀਂ ਮਾਲ ਬਣਾ ਕੇ ਉਹਨਾਂ ਨੂੰ ਅਲੱਗ-ਅਲੱਗ ਰੱਖਣਾ ਹੁੰਦਾ। ਉਸ ਤੋਂ ਪਾਰਟੀ ਦੀ ਡਿਮਾਂਡ ਜਦੋਂ ਹੁੰਦੀ ਵੀ ਸਾਨੂੰ 10 ਦਿਨਾਂ ਨੂੰ ਭੇਜੋ, 15 ਦਿਨ ਭੇਜੋ, ਉਹਦੀ ਵਿਆਜ ਕਿੱਥੇ ਜਾਊਗੀ? ਜੇ ਹੁਣ ਆਪਾਂ ਸੋਚੀਏ ਵੀ ਅੱਜ ਮਾਲ ਆਇਆ ਤੇ ਅੱਜ ਤਾਂ ਅਸੀਂ ਭੇਜਣੋਂ ਰਹੇ, ਤੇ ਲੇਕਿਨ ਜੇ ਅਸੀਂ ਹੁਣ 15-20 ਦਿਨ ਰੱਖਣਾ, ਮਹੀਨੇ ਬਾਅਦ ਪੇਮੈਂਟ ਲੈਣੀ, ਤੁਹਾਡਾ ਮਾਲ ਬਣ ਕੇ ਤੁਸੀਂ ਅੱਗੇ ਵੀ ਚੱਲਣਾ, ਅਸੀਂ ਮਹੀਨਾ ਉਡੀਕਦੇ ਰਹਿੰਦੇ ਹਾਂ। ਤੇ ਅਸੀਂ ਮਾਲ ਦੇ ਆਪਣੇ ਉੱਤੇ ਜਿਹੜੀ ਸਾਨੂੰ ਬੈਂਕ ਦੀ ਵਿਆਜ ਪੈਂਦੀ ਹੈ, ਮਾਰਕੀਟ ਵਿਆਜ ਪੈਂਦੀ ਹੈ, ਉੱਤੇ ਮਾਲ ਤੇ ਹੀ ਲਾਵਾਂਗੇ। ਹਰੇਕ ਦੇ ਆਪਣੀ ਲਾਇਬਿਲਟੀਜ਼, ਆਪਣੇ ਐਕਸਪੈਂਸਿਸ ਹੈ। ਤੁਸੀਂ ਹਰ ਬੰਦਾ ਆਪਣੇ ਐਕਸਪੈਂਸਿਸ ਦੇ ਨਾਲ ਪ੍ਰੋਫਿਟ ਜੋੜ ਕੇ ਉੱਦਾਂ ਵੇਚਦਾ। ਜੇ ਹੁਣ ਮੰਨ ਲਓ ਅਸੀਂ ਇੱਡਾ ਵੱਡਾ ਯੂਨਿਟ ਲਾਇਆ, ਇੰਨਾ ਸਾਲਾਂ ਦਾ ਕੰਮ ਕਰ ਰਹੇ ਹਾਂ, ਜੇ ਹੁਣ ਸਾਨੂੰ ਮਾਲ ਵਿੱਚੋਂ ਉੱਤੇ ਕੋਸਟ ਲਾਵਾਂਗੇ, ਆਇਆ ਕੀ ਪਾ, ਉਹਦੇ 'ਤੇ ਖਰਚੇ ਕੀ ਪਏ, ਲੇਬਰ ਕਿੰਨੀ ਪਈ, ਬਿਜਲੀ ਕਿੰਨੀ ਪਈ, ਸਾਡਾ ਫਿਊਲ ਕਿੰਨਾ ਲੱਗਿਆ, ਸਾਨੂੰ ਟਰਾਂਸਪੋਰਟ ਖਰਚਾ ਕਿੰਨਾ ਹੈ, ਸਾਡੇ ਹੋਰ ਜਿਹੜੇ ਵਿਚਲੇ ਠੇਕੇਦਾਰਾਂ ਦੇ ਖਰਚੇ ਪਾ ਕੇ ਅਸੀਂ ਮਾਲ ਦਾ ਆਪਣਾ ਰੇਟ ਕੱਢਿਆ ਤੇ ਵੇਚਤਾ। ਜੇ ਹੁਣ ਕੋਈ ਕਵੇ ਵੀ ਇਹ ਉੱਤੇ 1500, ਅੱਜ ਮੈਂ ਨਾ ਇੱਕ ਤੁਹਾਡੇ ਕੋਲ ਪ੍ਰਸ਼ਨ ਪੁੱਛਣਾ ਚਾਹੁੰਦਾ। ਤੁਸੀਂ ਕੋਈ ਮੋਬਾਈਲ ਖਰੀਦ ਜਾਂਦੇ ਹੋ, ਕੋਈ ਸ਼ਰਟ ਖਰੀਦਦੇ ਹੋ, ਪੈਂਟ ਖਰੀਦਦੇ ਹੋ, ਕਾਰ ਖਰੀਦਦੇ ਹੋ, ਸਾਈਕਲ ਖਰੀਦਦੇ ਹੋ, ਤੁਸੀਂ ਕਦੀ ਕਿਸੇ ਨੂੰ ਪੁੱਛਿਆ ਤੈਨੂੰ ਪਿੱਛੋਂ ਕੀ ਆਈ ਭਾਈ ਤੇ ਤੂੰ ਇੰਨਾ ਪ੍ਰੋਫਿਟ ਉੱਤੇ ਲਾ? ਇੱਕ ਸਾਡਾ ਸਟੀਲ ਸਰੀਆ ਹੈ ਜਿਹਦੇ ਤੇ ਲੋਕੀ ਪੁੱਛਦੇ ਨੇ ਤੁਹਾਨੂੰ ਇੰਗਟ ਇਹ ਪਾਇਆ ਤੇ ਇੰਨਾ ਉੱਤੇ ਤੁਸੀਂ ਜੋੜ ਲਓ। ਉਹਦੇ ਵਿੱਚ ਫਰਕ ਹੈ। ਅਸੀਂ ਜਿਹੜਾ ਖਰੀਦਦੇ ਹਾਂ ਰਿਟੇਲ 'ਚ ਇੱਕ ਪੀਸ ਖਰੀਦਦੇ ਹਾਂ, ਤੁਹਾਡਾ ਇੰਡਸਟਰੀਅਲ ਰॉ ਮਟੀਰੀਅਲ ਹੈ, ਤੁਹਾਡਾ ਬਲਕ ਹੈ, ਤੁਹਾਡੇ ਤੇ ਦਾਰੋਮਦਾਰ ਪੂਰੀ ਇੰਡਸਟਰੀ ਦਾ ਜੁੜਿਆ ਹੋਇਆ, ਇੰਜੀਨੀਅਰਿੰਗ ਸੈਕਟਰ ਦਾ ਜੁੜਿਆ, ਮੈਨੂਫੈਕਚਰਿੰਗ ਸੈਕਟਰ ਦਾ ਜੁੜਿਆ, ਦਾਰੋਮਦਾਰ ਜੁੜਿਆ, ਤੁਹਾਡਾ ਵੋਲਿਊਮ ਵੱਡਾ ਹੈ। ਜੇ ਅਸੀਂ ਖਰੀਦਣ ਜਾਂਦੇ ਹਾਂ, ਇੱਕ ਸ਼ਰਟ ਖਰੀਦਣ ਜਾਂਦੇ ਹਾਂ, ਜਿਹੜਾ ਬੰਦਾ ਵੋਲਿਊਮ 'ਚ ਖਰੀਦਦਾ ਉਹਦੇ ਰੇਟਾਂ 'ਚ ਤਾਂ ਫਰਕ ਹੁੰਦਾ ਹੀ ਹੈ। ਉੱਥੇ ਵੀ ਉਨਾ ਕੀ ਫਰਕ ਹੁੰਦਾ। ਤੁਸੀਂ ਜਿਹੜੇ ਹੈਗੇ ਹੋ ਹੋਲਸੇਲ ਦੇ ਵਿੱਚ ਇੱਕ ਤਰ੍ਹਾਂ ਦਾ ਵੋਲਿਊਮ 'ਚ ਖਰੀਦੇ ਜਾਂਦੇ ਹੋ। ਅਸੀਂ ਜਿੱਥੇ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਵੋਲਿਊਮ ਹੋਲਸੇਲ ਵਰਸਸ ਰਿਟੇਲ, ਤਾਂ ਹਮੇਸ਼ਾ ਹੀ ਫਰਕ ਰਹੇਗਾ।
ਇੱਕ ਤੁਸੀਂ ਕਹਿੰਦੇ ਹੋ ਤੁਹਾਡਾ ਵੋਲਿਊਮ ਜ਼ਿਆਦਾ ਜਾਂ ਤੁਹਾਡਾ ਹੋਲਸੇਲ ਦਾ ਹੁਣ ਏਡੇ ਏਡੇ ਵੱਡੇ ਸ਼ਹਿਰ ਦੇ ਵਿੱਚ ਗਰੁੱਪ ਬੈਠੇ ਨੇ, ਉਹਨਾਂ ਦੀਆਂ ਕਾਰਾਂ ਵੀ ਕਿੱਡੇ ਏਡੇ ਮਹਿੰਗੀਆਂ ਵਿਕਦੀਆਂ, ਸਾਈਕਲ ਕਿੰਨਾ ਨਾ ਮਹਿੰਗਾ ਵਿਕਦਾ, ਕਿਸੇ ਦਾ ਨਾਮ ਆਪਾਂ ਕਿਉਂ ਲਈਏ। ਉਹਨਾਂ ਨੂੰ ਕਦੀ ਤੁਸੀਂ ਪਰਚੇਜ਼ ਕਰਨਾ ਕਦੀ ਨਹੀਂ ਪੁੱਛੋਗੇ ਤੁਹਾਨੂੰ ਇੰਨੇ ਦਾ ਜੀ ਬਣਦਾ ਤੇ ਇੰਨੇ ਦਾ ਲੈਂਦਾ। ਉਹਨਾਂ ਨੂੰ ਆਪਾਂ ਜਾਣੇ ਮੈਂ ਇਹ ਚੀਜ਼ ਲੈਣੀ ਹੈ, ਚਾਹੇ ਕਾਰ ਲੈਣੀ, ਸਕੂਟਰ ਲੈਣਾ, ਸਾਈਕਲ ਲੈਣਾ, ਮੋਟਰਸਾਈਕਲ ਲੈਣਾ, ਆਪਾਂ ਰੇਟ ਲੈਂਦੇ ਹਾਂ, ਆਪਾਂ ਕਹਿੰਦੇ ਕੋਈ ਲੈਸ ਕਰ ਦਿਓ, ਉਹ ਕੋਈ ਡਿਸਕਾਊਂਟ ਸਾਨੂੰ ਦੇ ਦਿੰਦੇ ਨੇ। ਇਸੇ ਤਰ੍ਹਾਂ ਸਾਡੇ ਲੁਧਿਆਣੇ ਵਿੱਚ ਹਜ਼ਾਰਾਂ ਇੰਡਸਟਰੀ ਹੈ ਜਿਨ੍ਹਾਂ ਨੂੰ ਅਸੀਂ ਸਰੀਆ ਦੇਣਾ। ਕੋਈ ਕਿਸੇ ਦੀ ਕੰਡੀਸ਼ਨ ਮਹੀਨੇ ਦੀ ਪੇਮੈਂਟ ਦੀ ਹੈ, ਕਿਸੇ ਦੀ 20 ਦਿਨ ਦੀ ਹੈ, ਕਈ 35 ਦਿਨ ਦੀ ਲਾਉਂਦੇ, ਕੋਈ ਚੱਲ। ਅਸੀਂ ਸਾਰੇ ਮਾਲ ਦੀ ਕਾਸਟ ਲਾ ਕੇ ਹੀ ਆਪਣਾ ਰੇਟ ਕੱਢਦੇ ਹਾਂ, ਨਾ ਸਾਨੂੰ ਕੋਈ ਇਹ ਹੈਗਾ ਇੰਨਾ ਕੋਈ ਪ੍ਰੋਫਿਟ ਐਕਸੈਸ ਹੋ ਜੇ। ਲੇਕਿਨ ਇੱਕ ਇਹ ਜ਼ਰੂਰ ਆਉਂਦਾ ਵੀ ਸਟੀਲ ਇੰਡਸਟਰੀ ਵਾਲੇ ਜੀ 1500 ਕਿਉਂ ਲਾ ਲੈਂਦੇ ਨੇ ਫਲਾਣਾ। ਮੈਂ ਤੁਹਾਨੂੰ ਦੱਸਾਂਗਾ, ਇੱਕ ਬਿਲਡਿੰਗ ਹੈ ਜਿਸ ਤਰ੍ਹਾਂ, ਉਹਦੇ ਬਿਲਡਿੰਗ ਬਣਾਉਣ ਲਈ 4 ਪਿੱਲਰ ਹੁੰਦੇ ਨੇ, 4 ਪਿੱਲਰ ਹੁੰਦੇ ਨੇ। ਜੇ ਉਹਨਾਂ 'ਚ ਇੱਕ ਪਿੱਲਰ ਵੀ ਡਾਊਨ ਹੋ ਜਾਏ ਤਾਂ ਸਾਰੀ ਇੰਡਸਟਰੀ, ਸਾਰੀ ਬਿਲਡਿੰਗ ਡਿੱਗ ਜਾਂਦੀ ਹੈ। ਮੰਨ ਲਓ ਜਿਵੇਂ ਹੁਣ ਇਸੇ ਤਰ੍ਹਾਂ ਇੱਕ ਜਿਹੜੀ ਸਟੀਲ ਇੰਡਸਟਰੀ ਹੈ, ਚਾਹੇ ਉਹ ਨਟ ਬੋਲਟ ਫੈਕਟਰੀ ਹੈ, ਚਾਹੇ ਕੋਈ ਵੀ ਬਣਾਉਂਦੇ ਸਟੀਲ ਦੀ ਫੈਕਟਰੀ, ਚਾਹੇ ਉਹ ਫਰਨਸ ਨੇ, ਚਾਹੇ ਸਕ੍ਰੈਪ ਟ੍ਰੇਡਰ ਨੇ, ਚਾਹੇ ਰੋਲਿੰਗ ਮਿੱਲ ਹੈ, ਇਹ 4 ਪਿੱਲਰ ਨੇ ਇੰਡਸਟਰੀ ਦੇ। ਇਹਨਾਂ ਵਿੱਚੋਂ ਜੇ ਸਕ੍ਰੈਪ ਵਾਲਿਆਂ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਤਾਂ ਵੀ ਇਹ ਇੰਡਸਟਰੀ ਫੇਲ ਹੁੰਦੀ ਹੈ, ਜੇ ਫਰਨਸ ਵਾਲੇ ਨੂੰ ਪ੍ਰੋਬਲਮ ਆ ਗਈ ਤਾਂ ਵੀ ਇੰਡਸਟਰੀ ਫੇਲ ਹੈ, ਜੇ ਰੋਲਿੰਗ ਵਾਲੇ ਨੂੰ ਆ ਗਈ ਤਾਂ ਵੀ, ਜੇ ਨਟ ਬੋਲਟ ਜਾਂ ਜਿਹੜੇ ਪਾਰਟਸ ਬਣਾਉਂਦੇ ਉਹਨਾਂ ਨੂੰ। ਇਸ ਲਈ ਚਾਰੋਂ ਇੰਡਸਟਰੀ ਮਿਲ ਕੇ ਹੀ ਚੱਲਦੇ ਨੇ, ਤਾਂ ਇਹ ਵਧੀਆ ਇੰਡਸਟਰੀ ਅੱਗੋਂ ਤੋਂ ਚੱਲ ਰਹੀ ਹੈ। ਹੁਣ ਤੁਸੀਂ ਦੇਖੋ ਕਿੰਨੀਆਂ ਫੈਕਟਰੀਆਂ ਡਿਵੈਲਪਮੈਂਟ ਕਰਕੇ ਉਹਨਾਂ ਨੇ ਹੋਰ ਲਾ ਲਈਆਂ, ਕਿੰਨੀਆਂ ਰੋਲਿੰਗ ਮਿਲ ਵੀ ਹੋਰ ਲੱਗ ਗਈਆਂ, ਕਿੰਨੀਆਂ ਫਰਨਸ ਵੀ ਹੋਰ ਲੱਗ ਗਈਆਂ। ਸਾਰਿਆਂ ਨੇ ਆਪੋ ਆਪਣੇ ਕੰਮ ਦਾ ਪੜਤਾ ਦੇਖ ਕੇ ਉੱਦਾਂ ਆਪਣਾ ਤਰੱਕੀ ਦੇਖਣੀ। ਮੇਨ ਇੰਡਸਟਰੀ ਬਚਦੀ ਹੈ ਖਰਚੇ ਕੰਟਰੋਲ ਕਰਨ ਨਾਲ, ਔਰ ਨੰਬਰ 2 ਤੇ ਕੁਆਲਿਟੀ ਬਣਾਉਣ ਨਾਲ ਮਾਲ ਦਾ। ਨਾ ਕਿ ਜੇ ਤੁਸੀਂ ਸੋਚੋ ਵੀ ਮੈਂ ਕੁਆਲਿਟੀ ਤਾਂ ਉੱਦਾਂ ਦੀ ਬਣਾਵਾਂ ਵੀ ਜਿੱਦਾਂ ਦਾ ਮਰਜ਼ੀ ਘਟੀਆ ਮਟੀਰੀਅਲ ਲੈ ਕੇ ਬਣਾ। ਇਹਦੇ 'ਚ ਕੁਆਲਿਟੀ ਮਾਲ ਵਿਕਦੀ ਹੈ ਔਰ ਖਰਚੇ ਕੰਟਰੋਲ ਕਰਕੇ। ਤੁਹਾਡੇ ਖਰਚੇ ਕੰਟਰੋਲ ਹੋਣਗੇ, ਤੁਹਾਡੀ ਇੰਡਸਟਰੀ ਵਧੀਆ ਜਾਏਗੀ। ਸਰ ਇਹਦੇ ਵਿੱਚ ਤੁਸੀਂ ਆਪ ਹੀ ਬੜਾ ਵਧੀਆ ਇੱਕ ਆਨਸਰ ਦਿੱਤਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਟਾਈਮ ਨਵੇਂ ਯੂਨਿਟ ਵੀ ਹੋਰ ਲਾ ਲਏ। ਤੋ ਰੋਲਿੰਗ ਮਿੱਲਾਂ ਬਾਰੇ ਬੜਾ ਕਿਹਾ ਜਾ ਰਿਹਾ ਹੈ ਕਿ ਇਸ ਕੋਵਿਡ ਦੇ ਦੌਰ ਦੇ ਵਿੱਚ ਰੋਲਿੰਗ ਮਿੱਲਾਂ ਦੀ ਬੜੀ ਲਾਟਰੀ ਲੱਗੀ ਹੈ। ਸਟੀਲ ਮੈਨੂਫੈਕਚਰਰ ਦੀ ਰੋਲਿੰਗ ਮਿੱਲ ਵੀ ਇੱਕ ਪਾਰਟ ਹੈ। ਕਿਹਾ ਜਾ ਰਿਹਾ ਜਿੱਥੇ ਵੱਡੇ ਟਾਟਾ, ਰਾਸ਼ਟਰੀ ਇਸਪਾਤ, ਉਹਨਾਂ ਨੇ ਇੰਨੇ ਮਹਿੰਗੇ ਰੇਟ ਕਰਤੇ ਡਿਊ ਟੂ ਐਕਸਪੋਰਟ ਕਰ ਰਹੇ ਹੈ, ਜਾਂ ਇੰਡਸਟਰੀ ਤੋਂ ਬੇਸਿਕਲੀ ਤੁਹਾਡੇ ਤੇ ਗੁੱਸਾ ਗਿਲਾ ਨਹੀਂ ਹੈ, ਤੁਹਾਡੇ ਨਾਲ ਇੱਕ ਨਾਰਾਜ਼ਗੀ ਹੈ ਮੈਨੂਫੈਕਚਰਿੰਗ ਸੈਕਟਰ ਦੀ ਸਟੀਲ ਇੰਡਸਟਰੀ ਨਾਲ ਕਿ ਤੁਸੀਂ ਲੋਕੀ ਰॉ ਮਟੀਰੀਅਲ ਹੋ, ਔਰ ਰॉ ਮਟੀਰੀਅਲ ਹੀ ਜੇ ਮਹਿੰਗਾ ਹੋ ਜਾਏਗਾ ਤਾਂ ਉਹ ਕੰਪੀਟੀਟਿਵ ਨਹੀਂ ਰਹਿਣਗੇ, ਉਹ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਕੰਪੀਟੀਸ਼ਨ ਨਹੀਂ ਲੜ ਸਕਣਗੇ। ਸੋ ਕਿਹਾ ਇਹ ਜਾ ਰਿਹਾ ਹੈ, ਆਰੋਪ ਇਹ ਲੱਗ ਰਿਹਾ ਤੁਸੀਂ ਲੋਕੀ ਵੱਡੀਆਂ ਜਿਹੜੀ ਰਾਸ਼ਟਰੀ ਇਸਪਾਤ ਹੈ, ਟਾਟਾ ਹੈ, ਜਾਂ ਹੋਰ ਸੇਲ ਵਰਗੀਆਂ ਹੈਗੀਆਂ, ਉਹਨਾਂ ਦੇ ਨਾਲ ਦੇਖ ਕੇ ਜਿੱਦਾਂ ਉਹ ਆਪਣਾ ਰੇਟ ਵਧਾ ਦਿੰਦੇ ਹੈ, ਉਹਨਾਂ ਨਾਲ ਤਾਂ ਚਲੋ ਇੱਕ ਰਿਸ਼ਤਾ ਨਹੀਂ ਹੈ, ਉਹ ਬਹੁਤ ਪ੍ਰੋਫੈਸ਼ਨਲ ਗਰੁੱਪ ਹੈ। ਪਰ ਤੁਸੀਂ ਲੋਕੀ ਜਿਹੜੇ ਲੋਕ ਜਿੱਥੇ ਤੁਹਾਨੂੰ ਆਪਸ 'ਚ ਸ਼ਹਿਰ ਦੇ ਲੋਕ ਦੂਸਰੇ ਮੈਨੂਫੈਕਚਰਿੰਗ ਸੈਕਟਰ ਮਾਸੀ ਦੇ ਪੁੱਤ ਕਹਿੰਦੇ ਹੈ, ਉਹ ਕਹਿੰਦੇ ਸਾਡੇ ਤਾਂ ਮਾਸੀ ਦੇ ਪੁੱਤ ਵੀ ਉਹਨਾਂ ਨੂੰ ਦੇਖ ਕੇ ਆਪਣੇ ਰੇਟ ਵਧਾਈ ਜਾਂਦੇ ਆ। ਇਹਨਾਂ ਦਾ ਰॉ ਮਟੀਰੀਅਲ ਸਸਤਾ ਹੈ, ਇਹ ਚਾਹਣ ਤੇ ਕੁਝ ਸਸਤਾ ਦੇ ਸਕਦੇ ਆ, ਪਰ ਇਹ ਦੇਖਦੇ ਆ ਕਿ ਵੱਡੀਆਂ ਰੋਲਿੰਗ ਮਿੱਲਾਂ ਨੇ ਰੇਟ ਵਧਾ ਲਿਆ, ਅਸੀਂ ਵੀ ਉਸ ਹਿਸਾਬ ਨਾਲ ਵਧਾ ਲਈਏ। ਸੋ ਇੱਦਾਂ ਦੇ ਆਰੋਪ ਲੱਗ ਰਹੇ। ਤੁਹਾਡਾ ਕੁਐਸਚਨ ਬਹੁਤ ਲੰਬਾ ਹੈ, ਲੇਕਿਨ ਮੈਂ ਸ਼ਾਰਟ ਜਿਹੇ ਵਿੱਚ ਦੇਵਾਂਗਾ। ਕਦੀ ਵੀ ਦੂਸਰੇ ਦਾ ਮਾਰਜਨ ਨਹੀਂ ਦੇਖੀਦਾ ਹੁੰਦਾ ਬਿਜ਼ਨਸ ਵਿੱਚ। ਜੇ ਦੂਸਰੇ ਦਾ ਮਾਰਜਨ ਦੇਖਾਂਗੇ, ਆਪਾਂ ਆਪਣਾ ਕੰਮ ਡਾਊਨ ਕਰਕੇ ਬੈਠ ਜਾਵਾਂਗੇ। ਹਰ ਫੈਕਟਰੀ ਦੇ ਵਿੱਚ, ਹਰ ਇੰਡਸਟਰੀ ਵਿੱਚ ਬੜੀਆਂ ਮਜਬੂਰੀਆਂ, ਬੜੇ ਲੋਨ ਨੇ, ਬੜੇ ਲੇਬਰ ਦੀ ਪ੍ਰੋਬਲਮ ਹੈ, ਬੜਾ। ਹੁਣ ਪਿੱਛੇ ਜੇ ਸਾਡੀ ਇੰਡਸਟਰੀ 15-20 ਦਿਨ ਬੰਦ ਰਹੀ, ਸਿਰਫ ਇੱਕ ਸਿਲੰਡਰ ਜਿਹੜਾ ਆਕਸੀਜਨ ਸਿਲੰਡਰ ਗੌਰਮੈਂਟ ਨੇ ਬੈਨ ਕਰਤੇ ਵੀ ਤੁਸੀਂ ਯੂਜ਼ ਨਹੀਂ ਕਰ ਸਕਦੇ। ਅਸੀਂ ਇੱਕ ਸਿਲੰਡਰ ਦੀ ਖਾਤਰ ਆਪਣੇ 100 ਬੰਦੇ ਜਾਂ 80 ਬੰਦੇ, 70 ਬੰਦੇ, ਜਿੰਨੇ ਸਾਰਿਆਂ ਨੂੰ ਵਿਹਲਾ 15 ਦਿਨ ਬਿਠਾਇਆ, ਨਹੀਂ ਉਹਨਾਂ ਨੂੰ ਕੰਮ ਕਰਾਇਆ ਵੀ ਸਾਡੇ ਕੋਲ ਸਿਲੰਡਰ ਹੈ ਨਹੀਂ। ਲੇਕਿਨ ਮਜਬੂਰੀਆਂ, ਹੁਣ ਉਹਦਾ ਜਿਹੜਾ ਲਾਸ ਹੈ ਉਹ ਕਿੱਥੇ ਜਾਊਗਾ। ਜੇ ਅਸੀਂ ਹੁਣ ਸੋਚੀਏ ਵੀ 100-200 ਰੁਪਏ ਟਨ ਆਪਣੀ ਕਮਾਈ ਵੀ ਨਾ ਕਰੀਏ, ਆਪਣੇ ਖਰਚੇ ਵੀ ਕੰਟਰੋਲ ਕਰੀਏ, ਆਪਣੀਆਂ ਬੈਂਕ ਦੀਆਂ ਵਿਆਜਾਂ ਵੀ ਦਿੱਤੀਆਂ, ਤਨਖਾਹਾਂ ਵੀ ਦਿੱਤੀਆਂ, ਉਹਦੇ ਘਾਟੇ। ਹੁਣ ਇੰਡਸਟਰੀ ਨੂੰ ਆਪਾਂ ਕਿੱਦਾਂ ਭਰਾਵਾਂ ਨੂੰ ਸਮਝਾਵਾਂਗੇ ਜਿਹੜੇ ਸਾਡੇ ਮਾਸੀ ਦੇ ਪੁੱਤ ਤੁਸੀਂ ਕਹਿ ਰਹੇ ਹੋ ਸਾਰੇ। ਮੈਂ ਤਾਂ ਤੁਹਾਨੂੰ ਪਹਿਲਾਂ ਕਿ ਸਾਡੇ ਪਿੱਲਰ ਨੇ, ਸਾਡੇ ਫਰਨਸ, ਫੈਕਟਰੀ, ਸਕ੍ਰੈਪ ਵਾਲੇ ਸਾਰੇ ਇਕੱਠੇ ਆ ਜੀ। ਲੇਕਿਨ ਇੱਕ ਦੂਜੇ ਨੂੰ ਸਮਝਾਉਣ ਲੱਗਾਂਗੇ ਤੇ ਉਹ ਸਾਰੇ ਸਮਝ ਜਾਣਗੇ ਵੀ ਖਰਚੇ ਬਹੁਤ ਪੈਂਦੇ ਨੇ। ਹੁਣ 20-30 ਲੱਖ ਇੱਕ ਇੰਡਸਟਰੀ ਨੂੰ ਪਿੱਛੇ ਜਦੋਂ ਬੰਦ ਹੋਈ ਇੰਡਸਟਰੀ ਖਰਚੇ ਪਏ ਨੇ, ਉਹ ਸਾਰੇ ਮਾਲਾਂ 'ਤੇ ਕਵਰ ਹੀ ਹੁੰਦੇ ਨੇ। ਜੇ 100-200-400 ਕਿਸੇ ਨੇ ਕਮਾ ਲਿਆ ਤੇ ਉਹਦੇ ਨਾਲ ਕੋਈ ਬਹੁਤਾ ਮਹਿਲ ਨਹੀਂ ਉਸਰ ਜਾਣਾ ਕਿਸੇ ਨਾਲ। ਇੰਡਸਟਰੀ ਕਹਿੰਦੇ ਰੋਲਿੰਗ ਮਿੱਲਾਂ ਨੇ ਬੜੀ ਆਪਣੀ ਐਕਸਪੈਂਸ਼ਨ ਕਰ ਲਈ ਹੈ ਡਿਊਰਿੰਗ ਕੋਵਿਡ ਹੀ। ਲੁਧਿਆਣੇ 'ਚ ਰੋਲਿੰਗ ਮਿੱਲਾਂ ਨੇ ਕਹਿੰਦੇ ਪ੍ਰਾਪਰਟੀਆਂ ਵੀ ਬਹੁਤ ਖਰੀਦੀਆਂ, ਤਾਂ ਹੀ ਵਾਧਾ ਬਹੁਤ ਰਿਹਾ ਪ੍ਰੋਪਰਟੀਆਂ 'ਚ, ਤੇ ਉਹਨਾਂ ਨੇ ਯੂਨਿਟ ਵੀ ਬੜੇ ਲਾ ਲਏ।
ਇਹ ਤਾਂ ਇੱਕ ਦੂਜੇ ਤੋਂ ਜੋ ਮਰਜ਼ੀ ਹਾਸੇ ਮਜ਼ਾਕ 'ਚ ਕਹਿ ਦਈਏ ਯੂਨਿਟ ਵੱਡੇ ਲੱਗ ਗਏ ਜਾਂ ਫਲਾਣੇ, ਲੇਕਿਨ ਇੱਕ ਦੂਜੇ ਤੋਂ ਭਰਾਵਾਂ ਤੋਂ ਖੁਸ਼ੀ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਦਾ ਯੂਨਿਟ ਵੱਡਾ ਲੱਗਿਆ ਤੇ ਉਹਨਾਂ ਨੇ ਕੋਈ ਇਨਵੈਸਟ ਪੰਜਾਬ ਵਿੱਚ ਵੀ ਲਾਇਆ, ਗੌਰਮੈਂਟ ਵੀ ਸਹੂਲਤਾਂ ਦੇ ਰਹੀ ਉਹਨਾਂ ਨੂੰ, ਤੇ ਜਾਂ ਜੇ ਤਰੱਕੀ ਕਰ ਰਹੇ ਨੇ ਤੇ ਭਰਾ ਤਰੱਕੀ ਇੱਕ ਕਰੇਗਾ ਤੇ ਦੂਜੇ ਭਰਾ ਨੂੰ ਖੁਸ਼ੀ ਹੋਏਗੀ। ਅਸੀਂ ਉਹਨਾਂ ਨੂੰ ਉਧਾਰ ਵੀ ਵੱਧ ਲਾ ਸਕਦੇ ਹਾਂ, ਅਸੀਂ ਉਹਨਾਂ ਨੂੰ ਫੈਸਿਲਿਟੀ ਵੱਧ ਦੇ ਸਕਦੇ ਹਾਂ। ਜੇ ਆਪਾਂ ਨੂੰ ਉਹਨਾਂ ਦੇ ਪੜਤਾ ਹੀ ਲਾਉਣ ਲੱਗ ਪਏ, ਜੋ ਸਾਡਾ ਪੜਤਾ ਲਿਖਣ ਲੱਗ ਪਏ ਵੀ ਇਹਨਾਂ ਨੇ ਬਹੁਤ ਕਮਾਈ ਕਰ ਲਈ, ਉਹ ਤਾਂ ਫਿਰ ਹਾਸਾ ਮਜ਼ਾਕ ਜੋ ਮਰਜ਼ੀ ਕਹਿ ਲੈਣ, ਭੰਮਰਾ ਸਾਹਿਬ ਕਹਿ ਲੈਣ, ਜੋ ਹੋਰ ਸਾਡੇ ਭਰਾ ਨੇ ਉਹ ਵੀ ਚਾਹੇ ਅਸੀਂ ਕਹਿ ਲਈਏ ਉਹਨਾਂ ਦੇ ਕਹਿ ਲਈਏ, ਉਹਦੇ ਨਾਲ ਕੋਈ ਖਾਸ ਗੱਲ ਨਹੀਂ। ਇਹ ਤਾਂ ਹਰ ਇੱਕ ਦੀਆਂ ਮਜਬੂਰੀਆਂ ਹੁੰਦੀਆਂ, ਹਰ ਇੱਕ ਦਾ ਕਿੱਦਾਂ ਦਾ ਵੀ ਤਰੱਕੀ ਕੀਤੀ ਹੈ ਉਹ ਤਾਂ ਅੰਦਰੂਨੀ ਜਦੋਂ ਜਾਵਾਂਗੇ ਪਤਾ ਤਾਂ ਉੱਥੇ ਲੱਗਦਾ। ਹੁਣ ਮੈਂ ਤੁਹਾਨੂੰ ਫਰਨਸ ਵਾਲਿਆਂ ਦਾ ਕਹਿੰਦਾ, ਸਾਰੇ ਫਰਨਸ ਵਾਲੇ ਜਿੰਨੇ ਵੀ ਸਾਡੇ ਭਰਾ ਨੇ ਅੱਜ ਜਿਨ੍ਹਾਂ ਦੇ ਸਿੰਗਲ ਫਰਨਸ ਨੇ ਉਹ ਡਾਊਨ ਜਾ ਰਹੇ ਨੇ, ਕਿ ਉਹਨਾਂ ਦੇ ਖਰਚੇ ਜ਼ਿਆਦਾ ਨੇ। ਜਿਹੜੇ ਵੱਡੇ ਯੂਨਿਟ ਨੇ ਉਹਨਾਂ ਨੂੰ ਥੋੜ੍ਹੀਆਂ ਘੱਟ ਖਰਚੇ ਪੈਂਦੇ, ਜਾਂ ਇਨਵੈਸਟ ਪੰਜਾਬ ਵਿੱਚ ਉਹਨਾਂ ਨੇ ਯੂਨਿਟ ਲਾਏ ਨੇ, ਥੋੜ੍ਹਾ ਜਿਹਾ ਗੌਰਮੈਂਟ ਵੱਲੋਂ ਉਹਨਾਂ ਨੂੰ ਸਹੂਲਤਾਂ ਜ਼ਿਆਦਾ ਨੇ, ਇਸ ਲਈ ਉਹ ਮੇਨ ਤਾਂ ਹੈਗਾ ਛੋਟੇ ਯੂਨਿਟ ਤਾਂ ਕਰਕੇ ਉਹ ਸਰਵਾਈਵ ਨਹੀਂ ਕਰ ਪਾ ਰਹੇ ਕਿ ਉਹਨਾਂ ਦੇ ਖਰਚੇ ਵਧੇ ਨੇ ਤੇ ਗੌਰਮੈਂਟ ਵੱਲੋਂ ਸਹੂਲਤਾਂ ਘੱਟ ਨੇ। ਤੇ ਇਸ ਲਈ ਜੇ ਪਹਿਲੀ ਗੱਲ ਮੈਂ ਤਾਂ ਇਹ ਕਹਾਂਗਾ, ਰੋਲਿੰਗ ਯੂਨਿਟ ਵਾਲੇ ਜ਼ਿਆਦਾ ਖੁਸ਼ ਰਹਿੰਦੇ ਨੇ, ਚੜ੍ਹਦੀ ਕਲਾ 'ਚ ਰਹਿੰਦੇ ਨੇ, ਜੋ ਹੋਏਗਾ ਵਧੀਆ ਹੀ ਹੋਏਗਾ ਤੇ ਖਰਚੇ ਕੰਟਰੋਲ ਨੇ। ਮੈਂ ਤਾਂ ਇਹ ਕਹਾਂ ਖਰਚੇ ਕੰਟਰੋਲ। ਤੁਸੀਂ ਕਹਿ ਰਹੇ ਹੋ ਕਿ ਰੋਲਿੰਗ ਮਿਲਾਂ ਵਾਲਿਆਂ ਦੇ ਖਰਚੇ ਫਰਨਸ ਨਾਲੋਂ ਜ਼ਿਆਦਾ ਕੰਟਰੋਲ ਰਹਿੰਦੇ? ਹਾਂਜੀ, ਖਰਚੇ ਕੰਟਰੋਲ ਨੇ, ਮੈਂ ਸਿੰਪਲ ਪ੍ਰੋਫਿਟ ਤਾਂ ਹੀ ਜ਼ਿਆਦਾ ਲੈਂਦੇ ਆ। ਨਹੀਂ, ਪ੍ਰੋਫਿਟ ਦਾ ਮੌਕਾ ਮਿਲ ਜਾਂਦਾ ਨਾ ਥੋੜਾ ਸੋਚਣ ਦਾ, ਕਹਿੰਦੇ ਰਿਲੈਕਸ ਬੈਠੇ ਆ, ਥੋੜਾ ਸੋਚ ਸਮਝ ਕੇ ਚੱਲ ਜੀ ਆਹ ਕੱਢ ਲਓ, ਕੋਈ ਗੱਲ ਨਹੀਂ ਅਸੀਂ ਨਹੀਂ। ਦੇਖੋ, ਜੇ ਹੁਣ ਤੁਸੀਂ ਛੋਟੀ ਕਾਰ ਤੇ ਆ ਗਏ ਫੈਕਟਰੀ ਤੇ ਤਾਂ ਵੀ ਤੁਹਾਨੂੰ ਖਰਚਾ ਛੋਟੀ ਕਾਰ ਦਾ ਪੈਣਾ, ਜੇ ਵੱਡੀ ਕਾਰ ਦਾ ਖਰਚਾ ਤਾਂ ਮਾਲ ਤੇ ਪੈਣਾ। ਜੇ ਹੁਣ ਤੁਸੀਂ ਸ਼ਾਹੀ ਠਾਠ ਨਾਲ ਵੱਡੀਆਂ ਕਾਰਾਂ ਰੱਖ ਕੇ ਵੱਡੇ ਖਰਚੇ ਕਰੋਗੇ ਤੇ ਮਾਲ ਦੇ ਉੱਤੇ ਹੀ ਪੈਣੇ। ਗਾਹਕ ਨੇ ਥੋੜੀ ਮਾਲ ਦੇ ਉੱਤੇ ਤੁਹਾਨੂੰ ਖਰਚਾ ਦੇਣਾ ਹੈ ਬਈ ਇਹਨਾਂ ਦੀ ਕਾਰ ਵੱਡੀ ਰੱਖੀ, ਇਹਦਾ ਖਰਚਾ ਵੱਧ ਗਿਆ, ਇਹਨੂੰ ਕੋਈ ਵੱਧ। ਗਾਹਕ ਨੇ ਤਾਂ ਕੁਆਲਿਟੀ ਦੇਖਣੀ ਹੈ ਤੇ ਤੁਹਾਡੀ ਸਰਵਿਸ ਦੇਖਣੀ ਹੈ, ਗਾਹਕ ਨੇ ਤਾਂ ਉਸ ਹਿਸਾਬ ਨਾਲ ਦੇਣਾ। ਪਰ ਜਿਵੇਂ ਇੰਦਰਜੀਤ ਜੀ ਤੁਸੀਂ ਇੰਨੇ ਸੁਲਝੇ ਹੋਏ ਹੋ, ਇੰਨੇ ਵਧੀਆ ਤਰੀਕੇ ਨਾਲ ਸਾਡੇ ਜਿਹੜੇ ਕੁਐਸਚਨਾਂ ਦਾ ਆਨਸਰ ਵੀ ਦੇ ਰਹੇ ਹੋ, ਫਿਰ ਜੇ ਟ੍ਰੇਡ ਦੀ ਕੋਈ ਇੱਦਾਂ ਦੀ ਗੱਲ ਹੈਗੀ ਹੈ, ਜਿਵੇਂ ਤੁਸੀਂ ਕਿਹਾ ਕਿ ਇੱਕ ਦੂਜੇ ਨੂੰ ਭਰਾਵਾਂ ਤੋਂ ਖੁਸ਼ੀ ਹੋਣੀ ਚਾਹੀਦੀ ਹੈ, ਸੋ ਭਰਾ ਨੂੰ ਤਾਂ ਇਹ ਵੀ ਖੁਸ਼ੀ ਹੋਣੀ ਚਾਹੀਦੀ ਕਿ ਮੇਰਾ ਇੱਕ ਭਰਾ ਜਿਹੜਾ ਅਨਕੰਪੀਟੀਟਿਵ ਹੋ ਰਿਹਾ ਮੈਨੂਫੈਕਚਰਿੰਗ, ਚਾਹੇ ਉਹ ਇੰਜੀਨੀਅਰਿੰਗ ਸੈਕਟਰ ਹੈ, ਚਾਹੇ ਫਾਸਟਨਰ ਵਾਲਾ ਹੈਗਾ, ਤੇ ਅਸੀਂ ਉਹਨੂੰ ਵੀ ਸਪੋਰਟ ਕਰੀਏ, ਅਸੀਂ ਇੰਨਾ ਪ੍ਰੋਫਿਟ ਨਾ ਲਈਏ ਕਿ ਚਲੋ ਅੱਜ ਉਹ ਵੀ ਸਰਵਾਈਵ ਕਰ ਜੇ ਘਾਟੇ ਤੁਹਾਨੂੰ ਪਏ, ਤੁਹਾਡੀਆਂ ਫੈਕਟਰੀਆਂ ਬੰਦ ਰਹੀਆਂ ਤੇ ਰॉ ਮਟੀਰੀਅਲ ਨਾ ਜਾਣ ਕਰਕੇ ਉਹਨਾਂ ਦੀ ਵੀ ਫੈਕਟਰੀਆਂ ਬੰਦ ਹੀ ਰਹੀਆਂ। ਇੱਦਾਂ ਨਹੀਂ ਹੈਗਾ ਕਿ ਇੱਧਰ ਦੀਵਾਲੀ ਸੀ ਤੇ ਉੱਧਰ ਦੁਸ਼ਹਿਰਾ ਲੱਗ ਰਿਹਾ ਸੀਗਾ, ਇੱਥੇ ਹਾਲਾਤ ਦੋਨੋਂ ਪਾਸੇ ਬਰਾਬਰ ਸੀ, ਕਿਉਂਕਿ ਇੱਕੋ ਗੱਡੀ ਦੇ ਦੋਨੋਂ ਪਹੀਏ ਹੈਗੇ ਹੋ ਤੁਸੀਂ ਸਾਰੇ। ਸਾਡਾ ਕੰਸਰਨ ਇਹ ਹੈ, ਇੱਕ ਹੋਰ ਨਵੀਂ ਚੀਜ਼ ਜਿਹੜੀ ਹੁਣ ਸਾਹਮਣੇ ਆ ਰਹੀ ਹੈ, ਕਿਹਾ ਜਾ ਰਿਹਾ ਕਿ ਸਡਨਲੀ ਇੱਕ ਇੱਦਾਂ ਦੀ ਵੀ ਗੱਲਾਂ ਹੈਗੀਆਂ ਕਿ ਕਹਿਣ ਨੂੰ ਜਿਹੜੇ ਰੇਟ ਕੱਢੇ ਜਾਂਦੇ ਰੋਲਿੰਗ ਮਿਲਾਂ ਵੱਲੋਂ, ਉਹ CD ਕੀਤੀ ਜਾਂਦੀ ਹੈ ਲੈਣ ਨੂੰ 1500 ਤੇ ਜਦੋਂ ਬੰਦਾ ਕੈਸ਼ ਦੇਣ ਲੱਗਦਾ ਤੇ ਧਾਰਾ ਉਦੋਂ 500 ਕੱਟਦੇ ਆ। ਇਹ ਕਿਹੜਾ ਹਿਸਾਬ ਹੋਇਆ ਸਰ? ਦੇਖੋ, ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਜਿਵੇਂ ਮਾਲ ਹੁਣ 55-56 ਰੁਪਏ ਕਿਲੋ ਆਇਆ ਤੇ ਉਹਦੇ ਤੇ ਉੱਤੇ ਵਿਆਜ ਪੈ ਗਈ, ਫਿਰ ਅਸੀਂ ਮਾਲ ਅੰਦਰ ਰੱਖਿਆ, ਉਹਦੇ ਤੇ ਸਾਨੂੰ ਕੁਛ ਦਿਨ ਦਾ ਇੰਟਰਸਟ ਪੈ ਗਿਆ। ਕੁਛ ਮਾਲ ਉਹਨਾਂ ਦੀ ਜਿਹੜਾ ਹੈਗਾ ਇੰਗੜ ਦੀ ਪੇਮੈਂਟ ਹੁੰਦੀ ਹੈ, ਜਿਹਦੀ ਰੂਟੀਨ ਵਿੱਚ ਜਾਂ ਬ੍ਰੋਕਰ ਲੈਂਦੇ ਉਹ 20 ਦਿਨ ਦੀ ਫਾਈਨੈਂਸਰ ਲੈਂਦੇ ਨੇ, ਜਿਹੜਾ ਸਾਨੂੰ ਸਰੀਏ ਦੀ ਮਿਲਦੀ ਉਹ 30-32 ਦਿਨਾਂ 33 ਦਿਨਾਂ 31 ਦਿਨਾਂ 'ਚ, ਕਈ ਵਾਰ ਸੰਡੇ ਆ ਗਿਆ, ਕਈ ਵਾਰ ਛੁੱਟੀਆਂ ਆ ਗਈਆਂ, ਸਾਨੂੰ ਉਸ ਤਰ੍ਹਾਂ ਪੇਮੈਂਟ ਮਿਲਦੀ ਹੈ। ਕਈ ਵਾਰ 10-15 ਦਿਨ ਸਾਨੂੰ ਮਾਲ ਅੰਦਰ ਵੀ ਰੱਖਣਾ ਪੈ ਗਿਆ। ਨੰਬਰ 2, ਜੇ ਹੁਣ ਤੁਸੀਂ ਸੋਚੋ ਵੀ ਸਾਨੂੰ ਅੱਗੇ ਵੀ 500-600 ਦਿੱਤਾ ਤੇ ਅੱਗੇ ਲਿਆ ਵੀ 500-600, ਹੁਣ ਤੁਸੀਂ ਦੇਖੋ ਬੈਂਕ ਵਾਲੇ ਸੇਵਿੰਗ ਅਕਾਊਂਟ ਤੇ ਵਿਆਜ ਦਿੰਦੇ ਨੇ 2.5-3%, FD ਤੇ 6% ਦਿੰਦੇ ਨੇ, ਸਾਨੂੰ ਲੋਨ ਦੇ ਤਾਂ ਦਿੰਦੇ ਨੇ, ਟਰਮ ਲੋਨ ਦਿੰਦੇ ਜਾਂ ਉਹ ਸਾਨੂੰ 8-9% ਦੇ। ਹਰ ਬੰਦੇ ਦੇ ਵਿੱਚ ਮਾਰਜਨ ਤਾਂ ਥੋੜਾ ਬਹੁਤਾ ਹੁੰਦਾ ਹੀ ਹੈ ਨਾ। ਜੇ ਆਪਾਂ ਇੱਥੇ ਕੁਐਸਚਨ ਇਹ ਨਹੀਂ ਹੈਗਾ ਸਰ, ਇਸ 'ਚ ਇਹ ਕਿਹਾ ਜਾ ਰਿਹਾ ਕਿ ਜਦੋਂ ਰੇਟ ਕੱਢਦੇ ਆ ਤੇ ਰੇਟ ਪਲੱਸ 1500 ਰੁਪਏ CD ਦਾ ਲਗਾਇਆ ਜਾਂਦਾ ਤੇ ਤੁਹਾਨੂੰ ਜ਼ਿਆਦਾ ਪਤਾ ਹੈ, ਸਾਡੇ ਕੋਲ ਤਾਂ ਜੋ ਕੁਐਸਚਨ ਆਇਆ ਅਸੀਂ ਤੁਹਾਡੇ ਅੱਗੇ ਰੱਖ ਰਹੇ ਹਾਂ, ਜੋ ਤੁਹਾਨੂੰ ਲੱਗਦਾ ਤੁਸੀਂ ਉਹੀ ਦਈਓ ਕਿ 1500 CD ਦਾ ਲਗਾਇਆ ਜਾਂਦਾ। ਜੇ ਬੰਦਾ ਕਹਿੰਦਾ CD ਮਤਲਬ ਕੈਸ਼ ਦਾ ਹੋਇਆ, ਤੇ ਜੇ ਬੰਦਾ ਕਹਿੰਦਾ ਠੀਕ ਹੈ ਮੈਂ ਕੈਸ਼ ਦੇਣਾ ਤੇ ਉਹਨੂੰ ਕਾਟ ਜਿਹੜੀ ਪੈਂਦੀ ਹੈ 500 ਰੁਪਏ ਦੀ ਹੁੰਦੀ ਹੈ, 1000 ਰੁਪਏ ਤਾਂ ਵੀ ਬਚਾ ਲਿਆ ਜਾਂਦਾ। ਇਹ ਤਾਂ ਅਸੀਂ ਸੁਣਿਆ ਸੀਗਾ ਕਿ ਇਹ ਤਾਂ ਉਹ ਇੱਕ ਕਹਿੰਦੇ ਸੀ ਨਾ ਕਿ ਜੋਹਰੀ ਜਾਂ ਜਿਹੜਾ ਉਹ ਉੱਧਰ ਵਾਲਾ ਕਹਿੰਦਾ ਮਾਲਵਾੜੀ, ਇਹ ਤਾਂ ਉਹ ਵਾਲਾ ਹਿਸਾਬ ਹੋ ਗਿਆ ਕਿ ਮਤਲਬ ਦੇਣ ਨੂੰ ਲੈਣ ਨੂੰ 1500 ਦੇਣ ਨੂੰ 500। ਮੈਂ ਤੁਹਾਨੂੰ ਪਹਿਲਾਂ ਵੀ ਇਹਦੇ ਤੋਂ ਮੀਟਿੰਗ ਜਦੋਂ ਆਪਣੀ ਚਾਲੂ ਸਟਾਰਟ ਹੋਈ ਇੰਟਰਵਿਊ, ਮੈਂ ਤੁਹਾਨੂੰ ਦੱਸ ਚੁੱਕਾ ਵੀ 500 ਰੁਪਏ ਕੁਆਲਿਟੀ ਦਾ ਮਾਲ ਦਾ ਲੈਂਦੇ ਨੇ ਉਹ, LC ਮਾਲ, EN8 ਮਾਲ ਦੀ ਕੁਆਲਿਟੀ ਦਾ, ਜਿਹੜਾ 1000 ਰੁਪਏ ਡਿਫਰੈਂਸ ਹੁੰਦਾ ਉਹਦੇ 'ਚ ਜਿਹੜਾ ਫਾਈਨੈਂਸਰ ਸਾਡੇ ਕੋਲ ਧਾਰਾ ਲੈਂਦੇ ਨੇ ਉਹ ਹੁੰਦੀ ਹੈ, ਪਲੱਸ ਜਿਹੜਾ 5-7-10 ਦਿਨ ਦਾ 15 ਦਿਨ ਦਾ ਸਾਡਾ ਪ੍ਰੋਸੈਸ ਹੈ ਉਹਦਾ ਲੱਗੇ 1000 ਰੁਪਇਆ ਫਰਕ ਹੁੰਦਾ। ਜਿਹੜਾ ਅਸੀਂ ਸਰਗੇ ਦੀ ਦਿੰਦੇ ਹਾਂ CD, ਉਹ 500-600 ਰੁਪਏ ਜੋ ਚਲਦੀ ਮਾਰਕੀਟ ਸਟੱਡੀ, ਕੋਈ 500 ਦੇ ਦਿੰਦਾ, ਕੋਈ 400 ਦਿੰਦਾ, ਕੋਈ 600 ਦਿੰਦਾ। ਇਹ ਗਾਹਕ ਦੇ ਹਿਸਾਬ ਨਾਲ ਹੁੰਦੀ। ਸਾਰੀਆਂ ਪਾਰਟੀਆਂ, ਜਦੋਂ ਅਸੀਂ ਪਾਰਟੀ ਨੂੰ
ਸਰੀਆ ਭੇਜਦੇ ਹਾਂ ਜਦੋਂ, ਉਹ ਕਹਿੰਦਾ ਜੀ ਅਸੀਂ ਤਾਂ ਹਫਤੇ ਨੂੰ ਪੇਮੈਂਟ ਦੇਵਾਂਗੇ। ਹਫਤੇ ਦਾ CD ਵੀ ਕੱਟ ਲੈਣਾ ਤੇ ਪੇਮੈਂਟ ਹਫਤੇ ਨੂੰ ਦੇਣੀ ਹੈ। ਹਫਤੇ ਦੀ ਵੀ ਆਜ ਸਾਨੂੰ ਪੈ ਗਈ ਤੇ CD ਵੀ ਕੱਟ ਲਿਆ। ਉਹ ਕੀ ਹੈ, ਪਾਰਟੀ ਕਹਿੰਦੇ ਅਸੀਂ ਤੁਹਾਡਾ ਸਰੀਆ ਆਏਗਾ, ਪਹਿਲਾਂ ਉਹਨੂੰ ਚੈੱਕ ਕਰਾਂਗੇ, ਆਪਣਾ ਪ੍ਰੋਡਕਟ ਬਣਾਵਾਂਗੇ, ਫਿਰ ਤੁਹਾਨੂੰ ਪੇਮੈਂਟ ਦੇਵਾਂਗੇ। ਇਹ ਸਾਰੀਆਂ ਗੱਲਾਂ ਦਾ ਨਾ ਜੇ ਆਪਾਂ ਮਿਲਾਈਏ ਕੁਝ ਵੀ ਨਹੀਂ ਹੈਗਾ ਇਹਦੇ 'ਚ। ਤੁਸੀਂ ਆਏ, ਜੀ ਆਇਆਂ ਨੂੰ ਤੁਹਾਡਾ। ਲੇਕਿਨ ਇਹ ਗੱਲਾਂ ਨਾਲ ਕੋਈ ਇੰਨੀਆਂ ਹਜ਼ਾਰਾਂ ਫੈਕਟਰੀਆਂ, ਕਿਸੇ ਨੇ ਸਾਨੂੰ ਕੋਈ ਓਬਜੈਕਸ਼ਨ ਨਹੀਂ ਕੀਤਾ ਵੀ ਤੁਸੀਂ ਕਿਉਂ ਰਹੇ ਹੋ। ਕਹਿੰਦੇ ਤੁਹਾਡੀਆਂ ਮਜਬੂਰੀਆਂ ਆਪਣੀਆਂ ਜੀ, ਤੁਸੀਂ ਵੀ ਜਿਹੜਾ 40-35 ਰੋਲਿੰਗ ਮਿਲ ਵਾਲੇ ਨੇ, ਉਹਦੇ 'ਚੋਂ ਕਿੰਨੇ ਕੁ ਬੰਦਿਆਂ ਨੇ ਕਿਹੜਾ ਯੂਨਿਟ ਲਾ ਲਿਆ ਜਾਂ ਕਿਹੜਾ ਤੁਸੀਂ ਹੋਰ ਅੱਗੇ ਵਧਾ ਲਏ, ਇਹ ਹਰ ਬੰਦੇ ਦੀਆਂ ਮਜਬੂਰੀਆਂ। ਕੁਐਸਚਨ ਕਰਨ ਜਿੰਨਾ ਮਰਜ਼ੀ ਆਪਾਂ, ਸਾਡੀ ਗੱਲ ਸਿਰਫ ਇਹੀ ਹੈ ਕਿ ਜੇ ਜਿੱਦਾਂ ਤੁਸੀਂ ਗਾਈਡ ਕੀਤਾ ਕਿ ਜੇ ਇਹ ਗੱਲਾਂ ਸਿਰਫ ਗੱਲਾਂ ਤੱਕ ਹੀ ਹੈ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੱਡੇ ਵੀ ਹੋ, ਤੁਸੀਂ ਬਹੁਤ ਸਿਆਣੇ ਤਰੀਕੇ ਨਾਲ ਸਾਨੂੰ ਵੀ ਸਮਝਾਇਆ, ਕੋਸ਼ਿਸ਼ ਕੀਤੀ, ਦਰਸ਼ਕਾਂ ਦੇ ਵੀ ਜਿਹੜੇ ਆਨਸਰ ਦੇਣ ਦਾ, ਜਿਹੜੇ ਆਰੋਪ ਲੱਗੇ ਉਹਨਾਂ ਦਾ ਵੀ ਤੁਸੀਂ ਦੱਸਤਾ। ਅਸੀਂ ਤੁਹਾਨੂੰ ਛੋਟੇ ਹੈ ਪਰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜੇ ਟ੍ਰੇਡ ਦੀਆਂ ਗੱਲਾਂ ਹੈ ਤੇ ਇਹਨੂੰ ਟ੍ਰੇਡ ਦੇ ਵਿੱਚ ਆਪਸ 'ਚ ਬਹਿ ਕੇ ਮੀਟਿੰਗਾਂ ਕਰ ਲਓ, ਤੇ ਤਾਂ ਕਿ ਉਹਨਾਂ ਦੀ ਗਲਤਫਹਿਮੀਆਂ ਵੀ ਦੂਰ ਹੋ ਜਾਣ ਤੇ ਤੁਹਾਡੇ ਤੇ ਆਰੋਪ ਵੀ ਨਾ ਝੂਠੇ ਲੱਗਣ। ਸੋ ਮਿਲ ਜੁਲ ਕੇ ਇੱਕ, ਜਿਵੇਂ ਤੁਸੀਂ ਕਿਹਾ, ਵੱਡਾ ਭਰਾ ਛੋਟਾ ਭਰਾ ਜਾਂ ਭਰਾ ਚਾਹੇ ਉਹ ਬਰਾਬਰ ਦੇ ਹੋਣ, ਹਾਨ ਦੇ ਹੋਣ, ਉਹ ਆਪਸ 'ਚ ਟ੍ਰੇਡ ਦੀ ਗੱਲਾਂ ਟ੍ਰੇਡ 'ਚ ਰਹਿਣ। ਤੇ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ? ਮੈਂ ਆਪਣੇ ਪਿਆਰੇ ਸਾਰੇ ਦਰਸ਼ਕਾਂ ਨੂੰ ਜਿਹੜੇ ਇਹ ਇੰਟਰਵਿਊ ਸਾਡੀ ਸੁਣ ਰਹੇ ਨੇ ਉਹਨਾਂ ਨੂੰ ਇਹੀ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਇੱਕ ਜਣਾ ਵੀ ਡਾਊਨ ਹੈ ਤਾਂ ਸਾਰੇ ਡਾਊਨ ਨੇ। ਕੋਈ ਕਿਸੇ ਤਰ੍ਹਾਂ ਦਾ ਵੱਧ ਨਹੀਂ ਕਮਾ ਰਿਹਾ ਕੱਢ। ਹਰ ਬੰਦੇ ਦੀਆਂ ਆਪੋ ਆਪਣੀਆਂ ਮਜਬੂਰੀਆਂ। ਹਰ ਬੰਦਾ ਆਪਣੇ ਟ੍ਰੇਡ ਵਿੱਚ ਪਹਿਲੋਂ ਪੰਜਾਬੀ 'ਚ ਕਹਿ ਲਓ ਵੀ ਪਿਸ ਰਿਹਾ ਜੀ, ਕਿਉਂ ਕਈ ਜਗ੍ਹਾ 'ਤੇ ਬਹੁਤ ਇੰਡਸਟਰੀ ਨੂੰ ਖਰਚੇ ਵੱਧ ਪੈ ਰਹੇ ਨੇ, ਲੇਕਿਨ ਉਹਨਾਂ ਦੀ ਗਿਣਤੀਆਂ ਮਿੰਤੀਆਂ ਨਹੀਂ ਆ ਰਹੀਆਂ। ਲੇਕਿਨ ਮੈਂ ਕਹਾਂਗਾ ਜਿਹੜੀ ਵੀ ਇੰਡਸਟਰੀ ਹੈ, ਚਾਹੇ ਨਟ ਬੋਲਟ ਦੀ ਹੈ, ਚਾਹੇ ਸਕ੍ਰੈਪ ਡੀਲਰ, ਚਾਹੇ ਫਰਨਸ, ਚਾਹੇ ਰੋਲਿੰਗ, ਮੇਰੀ ਇਹੀ ਬੇਨਤੀ ਹੈ, ਜੇ ਮੈਨੂੰ ਤੁਸੀਂ ਵੱਡਿਆਂ ਨਾਲ ਤੇ ਕਿਹਾ ਸੰਦੀਪ ਜੀ ਨੇ ਵੀ ਤੁਸੀਂ ਵੱਡੇ ਹੋ, ਖਰਚੇ ਘਟਾਓ ਆਪਣੇ ਤੇ ਕੁਆਲਿਟੀ ਬਣਾਓ। ਪ੍ਰੋਫਿਟ ਹੀ ਪ੍ਰੋਫਿਟ 'ਚ ਰਵਾਂਗੇ ਤੇ ਚੜ੍ਹਦੀ ਕਲਾ 'ਚ ਰਹੋ। ਇਹਦੇ ਨਾਲ ਕਦੀ ਵੀ ਕਿਸੇ ਦੇ ਪ੍ਰੋਫਿਟ ਨੂੰ ਨਾ ਦੇਖੋ ਵੀ ਉਹਨੇ ਪ੍ਰੋਫਿਟ ਵੱਧ ਕਰ ਲਿਆ, ਆਪਾਂ ਆਪਣਾ ਦੇਖੇ ਮੇਰਾ ਪ੍ਰੋਫਿਟ ਕਿਉਂ ਨਹੀਂ ਵਧਿਆ। ਬਸ ਇੰਨਾ ਹੀ। ਸਾਰਿਆਂ ਦਾ ਧੰਨਵਾਦ। ਥੈਂਕ ਯੂ। ਤੇ ਦੋਸਤੋ, ਇਹ ਸੀਗੇ ਇੰਦਰਜੀਤ ਜੀ, ਜਿਨ੍ਹਾਂ ਨੇ ਸਾਨੂੰ ਜਿਹੜੇ ਵੀ ਸਾਡੇ ਕੁਐਸਚਨ ਸੀ ਜਾਂ ਟ੍ਰੇਡ ਦੇ ਵਿੱਚ ਜਿਹੜੇ ਵੀ ਆਰੋਪ ਪ੍ਰਤਿਆਰੋਪ ਸੀ, ਜਿੰਨੇ ਵੀ ਸੀਗੇ, ਅਸੀਂ ਇਹਨਾਂ ਦੇ ਅੱਗੇ ਰੱਖੇ। ਇਹਨਾਂ ਨੇ ਉਹਨਾਂ ਦਾ ਆਨਸਰ ਵੀ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਲੋਕਾਂ ਨੂੰ ਇਹ ਸੀਗੀ ਸ਼ਿਕਾਇਤ ਕਿ ਜਿਹੜੇ ਸਾਡੇ ਇੰਡਸਟਰੀ ਵਾਲੇ ਹੈਗੇ ਆ, ਰॉ ਮਟੀਰੀਅਲ ਜਿਹੜੇ ਸਟੀਲ ਰੋਲਿੰਗ ਮਿਲ ਵਾਲੇ ਹੈਗੇ ਜਿਹੜੇ ਐਕਸਟਰਾ ਚਾਰਜ ਕਰ ਰਹੇ, ਸੋ ਉਹਨਾਂ ਦੇ ਇਹਨਾਂ ਨੇ ਆਨਸਰ ਬੜੇ ਚੰਗੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਅਸੀਂ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਜਿਹੜਾ ਹੈਗਾ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਤੇ ਤੁਹਾਡੀ ਆਵਾਜ਼ ਜਨਤਾ ਤੱਕ ਪਹੁੰਚਾਉਂਦੇ ਰਹਾਂਗੇ, ਤੇ ਉੱਥੋਂ ਦੀ ਜੋ ਵੀ ਸਾਨੂੰ ਜਨਤਾ ਦੀ ਆਵਾਜ਼ ਦੇ ਮੁੱਦੇ ਚੱਕਦੇ ਰਹਾਂਗੇ, ਔਰ ਜੋ ਵੀ ਸਾਨੂੰ ਉਹਦਾ ਲੱਗਦਾ ਹੋਇਆ ਅਸੀਂ ਉਹਦੇ ਲਈ ਪ੍ਰਯਾਸ ਕਰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।